ਪ੍ਰਾਈਮ ਟਾਈਮ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ। ਅੱਜ ਅਸੀਂ ਗੱਲ ਕਰਾਂਗੇ ਖਡੂਰ ਸਾਹਿਬ ਜ਼ਿਮਨੀ ਚੋਣ ਦੀ, ਜਿਸ ਵਿੱਚ ਚੋਣ ਨਾ ਲੜਨ ਦਾ ਐਲਾਨ ਕਰਦੇ ਹੋਏ ਕਾਂਗਰਸ ਨੇ ਇਸ ਨੂੰ ਲੈ ਕੇ ਚੱਲ ਰਹੇ ਪਾਰਟੀ ਦੇ ਸਸਪੈਂਸ ਨੂੰ ਤਾਂ ਭਾਵੇਂ ਖਤਮ ਕਰ ਦਿੱਤਾ ਹੈ, ਪਰ ਕਈ ਤਰ੍ਹਾਂ ਦੀਆਂ ਨਵੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ। ਉਸੇ ਦੇ ਉੱਪਰ ਅਸੀਂ ਚਰਚਾ ਕਰਾਂਗੇ। Guru Granth Sahib ਦੀ ਬੇਅਦਬੀ ਨੰਬਰ 1 ਹੈ and this is one seat, whether we win it or lose it is not important. ਬੇਅਦਬੀ ਮਾਮਲੇ ਨੂੰ ਆਧਾਰ ਬਣਾਉਂਦੇ ਹੋਏ ਕਾਂਗਰਸ ਨੇ ਖਡੂਰ ਸਾਹਿਬ ਜ਼ਿਮਨੀ ਚੋਣ ਤੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਹੈ। ਚਰਚਾਵਾਂ ਤਾਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ ਕਿ ਕਾਂਗਰਸ ਚੋਣ ਮੈਦਾਨ 'ਚ ਨਹੀਂ ਨਿਤਰੇਗੀ। ਹਾਲਾਂਕਿ ਕਾਂਗਰਸੀ ਆਗੂ ਇਸ ਨੂੰ ਹਰ ਮੰਚ ਤੇ ਨਕਾਰਦੇ ਰਹੇ ਅਤੇ ਪੂਰੀ ਤਿਆਰੀ ਨਾਲ ਮੈਦਾਨ ਫਤਿਹ ਕਰਨ ਦੇ ਦਾਅਵੇ ਵੀ ਕਰਦੇ ਰਹੇ। ਦਰਅਸਲ ਕਾਂਗਰਸ ਹਾਈ ਕਮਾਨ ਨੇ ਤਾਂ ਚੋਣ ਲੜਨ ਨੂੰ ਹਰੀ ਝੰਡੀ ਦਿੰਦੇ ਹੋਏ ਸਿੱਕੀ ਨੂੰ ਮੁੜ ਤੋਂ ਉਮੀਦਵਾਰ ਐਲਾਨਿਆ ਸੀ, ਪਰ ਚੋਣ ਲੜਨ ਜਾਂ ਨਾ ਲੜਨ ਬਾਰੇ ਸੂਬਾ ਕਾਂਗਰਸ ਨੂੰ ਅਧਿਕਾਰ ਦੇ ਦਿੱਤਾ ਸੀ। President has nominated Sikhi but left the final decision to us to take a decision, और वो decision ਅਸੀਂ ਲੈ ਲਿੱਤਾ ਆਪਣੇ ਸਾਥੀਆਂ ਨਾਲ ਗੱਲਬਾਤ ਕਰਕੇ। ਕੈਪਟਨ ਦੇ ਐਲਾਨ ਕਰਨ ਦੀ ਦੇਰ ਸੀ। ਵਿਰੋਧੀਆਂ ਦੇ ਵਾਰ ਤੋਂ ਪਹਿਲਾਂ ਆਪਣਿਆਂ ਨੇ ਹੀ ਕੈਪਟਨ ਖਿਲਾਫ ਮੋਰਚਾ ਖੋਲ ਦਿੱਤਾ। ਜਗਮੀਤ ਬਰਾੜ ਨੇ ਟਵਿੱਟਰ ਤੇ ਕੈਪਟਨ ਨੂੰ ਕਰੜੇ ਹੱਥੀਂ ਲਿਆ। ਸਾਡੇ ਨਾਲ ਫੋਨ ਤੇ ਗੱਲਬਾਤ ਦੌਰਾਨ ਉਹਨਾਂ ਇਸ ਨੂੰ ਪੰਜਾਬ ਦੀ ਜਨਤਾ ਨਾਲ ਧੋਖਾ ਦੱਸਿਆ ਤਾਂ ਕੈਪਟਨ ਮੁਤਾਬਕ ਬਰਾੜ ਨੂੰ ਅਜਿਹੇ ਬਿਆਨ ਦੇਣ ਦੀ ਆਦਤ ਹੈ। ਮੈਨੂੰ ਕੱਲ ਨੂੰ ਸ਼ਾਮ ਨੂੰ ਇੱਕ ਮੈਸੇਜ ਮਿਲਿਆ, ਮੈਨੂੰ ਮੇਲ ਮਿਲੀ, ਜਿਹਦੇ ਵਿੱਚ ਜਨਾਬ ਸ਼ਕੀਲ ਅਹਿਮਦ ਨੇ ਕਿਹਾ ਸ਼੍ਰੀਮਤੀ ਸੋਨੀਆ ਗਾਂਧੀ ਨੇ ਰਮਨਜੀਤ ਸਿੰਘ ਸਿੱਕੀ ਨੂੰ ਕੈਂਡੀਡੇਟ ਅਪਰੂਵ ਕਰ ਦਿੱਤਾ ਹੈ। ਔਰ ਚਲੋ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਕੱਲ ਨੂੰ ਇੱਥੋਂ ਹੈਲੀਕਾਪਟਰ ਤੇ ਸੀਨੀਅਰ ਲੀਡਰ ਜਾ ਕੇ ਪੇਪਰ ਫਾਈਲ ਕਰਨਗੇ। ਲੇਕਿਨ ਅਚਾਨਕ ਇੱਕ ਫੈਸਲਾ ਬਦਲ ਲੈਣਾ, ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੀ ਕਾਂਗਰਸ ਨਾਲ, ਪੰਜਾਬ ਦੇ ਭਵਿੱਖ ਨਾਲ ਇੱਕ ਬਹੁਤ ਵੱਡਾ ਖਿਲਵਾੜ ਔਰ ਧੋਖਾ ਜਿਹੜਾ ਹੈ ਉਹ ਕੀਤਾ ਗਿਆ ਹੈ ਔਰ ਇਹ ਹਮੰਗਸ ਫਰਾਡ ਹੈ ਔਰ ਇਹ ਲੋਕਾਂ ਨੇ ਮਾਫ ਨਹੀਂ ਕਰਨਾ। But Jagmeet Bharat is in a habit of making statements that the AICC will take into account what he has said. ਮੈਨੂੰ ਨਹੀਂ ਪਤਾ ਕੀ ਬੋਲਣਾ। ਕੀ ਇਹ ਫੈਸਲਾ ਕਾਂਗਰਸ ਹਾਈ ਕਮਾਨ ਦਾ ਸੀ, ਪੰਜਾਬ ਕਾਂਗਰਸ ਦਾ ਸੀ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦਾ? ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਕਿਤੇ ਨਾ ਕਿਤੇ ਹਾਈ ਕਮਾਨ ਨੇ ਖੁਦ ਨੂੰ ਸੇਫ ਰੱਖਦੇ ਹੋਏ ਕੈਪਟਨ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਹੈ, ਕਿਉਂਕਿ ਜੇ ਆਉਣ ਵਾਲੇ ਸਮੇਂ 'ਚ ਨਤੀਜਾ ਸਾਰਥਕ ਨਿਕਲਦਾ ਹੈ ਤਾਂ ਸਿਰਾ ਕੈਪਟਨ ਦੇ ਸਿਰ ਬੰਨਿਆ ਜਾਵੇਗਾ, ਤੇ ਜੇ ਉਲਟ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੈਪਟਨ ਸਿਰ ਮੜਨ 'ਚ ਜ਼ਿਆਦਾ ਮੁਸ਼ਕਲ ਨਹੀਂ ਹੋਵੇਗੀ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਤਾਂ ਕਾਂਗਰਸ ਨੇ ਬਿਲਕੁਲ ਨਾਮਜ਼ਦਗੀ ਦੇ ਆਖਰੀ ਦਿਨ ਆ ਕੇ ਯੂ ਟਰਨ ਲਿਆ ਤੇ ਚੋਣ ਨਾ ਲੜਨ ਦਾ ਫੈਸਲਾ ਕੀਤਾ। ਤਰਕ ਬਹੁਤ ਸਾਰੇ ਦਿੱਤੇ ਗਏ ਨੇ, ਪਰ ਸਵਾਲ ਇਹ ਵਾਰ-ਵਾਰ ਉੱਠ ਖੜਾ ਹੋਇਆ ਕਿ ਆਖਰੀ ਦਿਨ ਹੀ ਆ ਕੇ ਇਹ ਫੈਸਲਾ ਕਿਉਂ ਲਿਆ ਗਿਆ। ਇਸ ਕਰਕੇ ਸਵਾਲ ਉੱਠਣੇ ਜ਼ਿਆਦਾ ਲਾਜ਼ਮੀ ਹੋ ਗਏ ਨੇ। ਵਿਰੋਧੀ ਧਿਰ ਲਗਾਤਾਰ ਸਵਾਲ ਚੱਕ ਰਹੇ ਨੇ ਕਿ ਜੇ ਇਹ ਸਭ ਕੁਝ ਕਰਨਾ ਹੀ ਸੀ ਤਾਂ ਪਹਿਲਾਂ ਕਿਉਂ ਨਹੀਂ ਕੀਤਾ ਗਿਆ। ਇਸ ਕਰਕੇ ਜ਼ਿਆਦਾ ਸਵਾਲ ਚੁੱਕੇ ਜਾ ਰਹੇ ਨੇ। ਕਾਂਗਰਸ ਹੁਣ ਇਹ ਕਹਿ ਰਹੀ ਹੈ ਕਿ ਅਸੀਂ ਜੇ ਬੇਅਦਬੀ ਦੇ ਮਾਮਲੇ ਦੇ ਉੱਪਰ ਹੀ ਉਹਨਾਂ ਦੇ ਵਿਧਾਇਕ ਨੇ ਅਸਤੀਫਾ ਦਿੱਤਾ ਸੀ ਤਾਂ ਫਿਰ ਅਸੀਂ ਉਸੇ ਦੇ ਉੱਪਰ ਹਜੇ ਵੀ ਕਾਇਮ ਹੈ, ਕਿਉਂਕਿ ਬੇਅਦਬੀ ਦਾ ਮਾਮਲਾ ਹਜੇ ਤੱਕ ਰਿਜ਼ੋਲਵ ਨਹੀਂ ਹੋਇਆ, ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਹਾ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਉਹ ਚੋਣ ਨਹੀਂ ਲੜਨਗੇ। ਹਾਲਾਂਕਿ ਕੱਲ ਜਿਹੜਾ ਹੈ ਐਲਾਨ ਕੀਤਾ ਗਿਆ ਸੀ ਕਿ ਰਮਨਜੀਤ ਸਿੱਕੀ ਕਾਂਗਰਸ ਦੇ ਉਮੀਦਵਾਰ ਹੋਣਗੇ, ਤੇ ਉਸ ਤੋਂ ਪਹਿਲਾਂ ਵੀ ਜਿੰਨੇ ਵੀ ਆਗੂ ਇੱਥੇ ਆਏ, ਸਾਡੇ ਮੰਚ ਤੇ ਵੀ ਆਏ, ਉਹਨਾਂ ਨੇ ਵੀ ਇਹੀ ਦਾਅਵਾ ਕੀਤਾ ਸੀ ਕਿ ਚੋਣ ਅਸੀਂ ਲੜਾਂਗੇ ਤੇ ਰਮਨਜੀਤ ਸਿੱਕੀ ਉਮੀਦਵਾਰ ਹੋਣਗੇ। ਤੇ ਚਰਚਾ ਨੂੰ ਅਸੀਂ ਸ਼ੁਰੂ ਕਰਦੇ ਹਾਂ। ਸਾਡੇ ਨਾਲ ਖਾਸ ਮਹਿਮਾਨ ਨੇ। ਸਾਡੇ ਨਾਲ ਕਾਂਗਰਸ ਵੱਲੋਂ ਲਾਲੀ ਮਜੀਠੀਆ ਜੀ ਜੁੜ ਰਹੇ ਨੇ, ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਆ ਜੀ ਜੁੜ ਰਹੇ ਨੇ, ਤੇ ਭਾਰਤੀ ਜਨਤਾ ਪਾਰਟੀ ਵੱਲੋਂ ਹਰਜੀਤ ਸਿੰਘ ਗਰੇਵਾਲ ਜੀ ਜੁੜ ਰਹੇ ਨੇ। ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਸਾਡੇ ਨਾਲ ਜੁੜਨਗੇ, ਫਿਲਹਾਲ ਉਹ ਸਾਡੇ ਨਾਲ ਅਜੇ ਤੱਕ ਨਹੀਂ ਜੁੜੇ ਨੇ। ਤਾਂ ਅਸੀਂ ਚਰਚਾ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਲਾਲੀ ਮਜੀਠੀਆ ਜੀ ਤੁਹਾਡੇ ਕੋਲ ਆਉਣਾ ਚਾਹੂੰਗਾ। ਕਾਂਗਰਸ ਆਖਰੀ ਮੋਮੈਂਟ ਤੱਕ ਫੈਸਲਾ ਨਹੀਂ ਲੈ ਪਾਉਂਦੀ ਤੇ ਜਦੋਂ ਬਿਲਕੁਲ ਲਾਸਟ ਮੋਮੈਂਟ ਆ ਜਾਂਦਾ ਉਦੋਂ ਇਹ ਫੈਸਲਾ ਲਿਆ ਜਾਂਦਾ ਹੈ। ਤਰਕ ਭਾਵੇਂ ਜੋ ਵੀ ਹੋਣ, ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਇਹੀ ਕਰਨਾ ਸੀ ਤਾਂ ਪਹਿਲਾਂ ਕਿਉਂ ਨਹੀਂ, ਆਖਰੀ ਦਿਨ ਹੀ ਕਿਉਂ? ਬਲਵਿੰਦਰ ਜੀ, ਗੱਲ ਇਸ ਤਰ੍ਹਾਂ ਕਿ ਸਾਡੀ ਪਾਰਟੀ, ਮੈਂ ਪਹਿਲਾਂ ਵੀ ਤੁਹਾਡੇ ਪਲੇਟਫਾਰਮ ਤੋਂ ਮੁਖਾਤਬ ਹੋ ਕੇ ਦੱਸਿਆ ਸੀ ਕਈ ਵਾਰ ਕਿ ਸਾਡੀ ਇੱਕ ਨੈਸ਼ਨਲ ਪਾਰਟੀ ਹੈ। ਇੱਥੇ ਫੈਸਲੇ ਜਿਹੜੇ ਲਏ ਜਾਂਦੇ ਨੇ ਉਹਨਾਂ ਦਾ ਕੋਈ ਤਰਕ ਹੁੰਦਾ, ਉਹਨਾਂ ਦੇ ਕੋਈ ਤੱਥ ਹੁੰਦੇ ਨੇ। ਔਰ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਦਿਨਾਂ ਦੇ ਵਿੱਚ ਅੱਜ ਉੱਥੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਉਹ ਚਿੱਠੀ ਵੀ ਸਰਕੂਲੇਟ ਕੀਤੀ ਸੀ, ਜਿਹੜੇ ਰਮਨਜੀਤ ਸਿੱਕੀ ਨੇ ਉਹਨਾਂ 21 ਤਰੀਕ ਨੂੰ ਇੱਕ ਚਿੱਠੀ ਲਿਖੀ ਸੀਗੀ। ਔਰ ਉਸ ਚਿੱਠੀ 'ਚ ਉਹਨਾਂ ਨੇ ਇਹ ਕਿਹਾ ਸੀਗਾ ਜੀ ਕਿ ਅੱਜ ਕਿਉਂਕਿ ਜਿਹੜੀ ਸਥਿਤੀ ਆ ਪੰਜਾਬ ਦੀ
ਉਹ ਮੁੱਦਾ ਜਿਹਦੇ ਤਾਂ ਨੇ ਜਿਹੜਾ ਉਹ ਰਿਜ਼ਾਈਨ ਦਿੱਤਾ ਉਹ 'ਚ ਕੋਈ ਤਬਦੀਲੀ ਨਹੀਂ, ਇਸ ਕਰਕੇ ਮੈਂ ਇਸ ਇਲੈਕਸ਼ਨ ਨੂੰ ਨਹੀਂ ਲੜਨਾ ਚਾਹੁੰਦਾ। ਨਹੀਂ ਸੋ ਮਜੀਠੀਆ ਉਹਦੇ ਜੀ ਤੇ ਗੱਲ ਇਹ time ਹੈ ਲੱਗਣਾ, ਵੀ but ਇਹ ਜੋ ਹਾਲਾਤ ਸਾਡੇ ਤੁਸੀਂ ਦੱਸ ਰਹੇ ਹੋ ਕਿ ਵੱਲੋਂ ਅੱਜ ਜੋ ਹਾਲਾਤ ਹੈ, ਅੱਜ ਤੋਂ 15 ਦਿਨ ਪਹਿਲਾਂ ਵੀ ਇਹੀ ਹਾਲਾਤ ਸੀ, ਜਦੋਂ ਖਡੂਰ ਸਾਹਿਬ ਜ਼ਿਮਨੀ ਚੋਣ ਦਾ ਆਫੀਸ਼ੀਅਲੀ ਐਲਾਨ ਹੋਇਆ ਸੀ ਉਸ ਵੇਲੇ ਵੀ ਇਹੀ ਹਾਲਾਤ ਸੀ, ਨਾਮਜ਼ਦਗੀ ਸ਼ੁਰੂ ਹੋਣ ਤੋਂ ਪਹਿਲਾਂ ਵੀ ਇਹੀ ਹਾਲਾਤ ਸੀ, ਤੇ ਆਖਰੀ ਦਿਨ ਤੱਕ ਜਦੋਂ ਇਹ ਕੀਤਾ ਜਾਂਦਾ ਇੱਕ ਦੋ ਤਰੀਕੇ ਹੁੰਦੇ ਆ, ਜਿਸ ਤਰ੍ਹਾਂ ਇੱਕ ਆਮ ਆਦਮੀ ਪਾਰਟੀ ਨੇ ਕੀਤਾ ਕਿ ਅਸੀਂ ਗ੍ਰੇਸਫੁਲੀ ਕਹਿ ਦਿੱਤਾ ਕਿ ਅਸੀਂ ਨਹੀਂ ਲੜ ਰਹੇ, ਤੇ ਕਿੱਥੇ ਹੁਣ ਜਦੋਂ ਤੁਸੀਂ ਇਸ ਤਰ੍ਹਾਂ ਫੈਸਲਾ ਲੈਂਦੇ ਹੋ ਤਾਂ ਉਸ ਦੇ ਉੱਪਰ ਦੂਸਰੇ ਜਿਹੜੇ ਹੈ ਉਹ ਮਜ਼ਾਕ ਵੀ ਬਣਾਉਂਦੇ ਆ ਕਿ ਇਹ ਲਾਸਟ ਮੋਮੈਂਟ ਤੇ ਆ ਕੇ ਭੱਜ ਗਏ। ਨਹੀਂ ਦੇਖੋ ਗੱਲ ਇਸ ਤਰ੍ਹਾਂ ਜੀ ਕਿ ਜਿਵੇਂ ਇੱਕ ਮੁੱਦਾ ਉਹ ਮੁੱਦਾ ਸਟੈਂਡ ਕਰਦਾ, ਔਰ ਸਾਡੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਜਦੋਂ 21 ਤਰੀਕ ਨੂੰ ਉਹਦੇ ਲੈਟਰ ਤੋਂ ਬਾਅਦ ਸਿੱਕੀ ਹੋਣਾ ਦੇ ਲੈਟਰ ਤੋਂ ਬਾਅਦ ਸਥਿਤੀ ਜਿਹੜੀ ਅੱਜ ਤਬਦੀਲੀ ਆਈ ਹੈ। ਪਹਿਲੋਂ ਅਸੀਂ ਇੱਕ ਸੋਚ ਦੇ ਤਹਿਤ ਚੱਲ ਰਹੇ ਸੀਗੇ ਔਰ ਉਹਦੇ ਤਹਿਤ ਹੀ ਅਪਰੂਵਲ ਆਇਆ, ਕੋਈ ਡੈਕਲੇਰੇਸ਼ਨ ਨਹੀਂ ਆਈ। ਪਹਿਲੀ ਗੱਲ ਤਾਂ ਮੈਂ ਇਹ ਬੇਨਤੀ ਕਰੂੰਗਾ ਕਿ ਤੁਸੀਂ ਜਿਹੜੀ ਯੂ ਟਰਨ ਦੀ ਗੱਲ ਕੀਤੀ, ਯੂ ਟਰਨ ਨਹੀਂ ਸੀ, ਕਿਉਂਕਿ ਕਦੀ ਵੀ ਜਿਹੜਾ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਉਹਦੀ ਡੈਕਲੇਰੇਸ਼ਨ ਨਹੀਂ ਸੀ ਹੋਈ। ਉਹ ਸਾਡਾ ਇਨਰ ਪਾਰਟੀ ਪ੍ਰੋਸੈਸ ਸੀਗਾ ਜਿਹੜਾ ਹਮੇਸ਼ਾ ਹੁੰਦਾ ਆਇਆ, ਇੱਕ ਤੁਹਾਡੇ ਉਸ ਪ੍ਰੋਸੈਸ ਦੇ ਵਿੱਚ ਅਪਰੂਵਲ ਲੈਣਾ ਇੱਕ ਅਲੱਗ ਗੱਲ ਹੈ। ਦੇਖੋ ਇਹ ਯੂ ਪਰ ਟਰਨ ਮੈਂ ਬੇਨਤੀ ਕਰਾਂਗਾ ਇਹ ਕਿਉਂ ਕਹਿ ਰਿਹਾ, ਇੱਕ ਮੈਂ ਤੁਹਾਨੂੰ ਬਿਆਨ ਸੁਣਾ ਦਿੰਦਾ। ਪਰਸੋਂ ਵੀ ਅਸੀਂ ਸੋਮਵਾਰ ਨੂੰ ਕਾਂਗਰਸ ਦੀ ਦੁਚਿੱਤੀ ਜਿਹੜੀ ਲਗਾਤਾਰ ਚੱਲ ਰਹੀ ਇਸ ਤੇ ਚਰਚਾ ਕੀਤੀ ਸੀ, ਸਵਾਲ ਪੁੱਛਿਆ ਸੀ ਕਿ ਤੁਹਾਡਾ ਕੀ ਸਟੈਂਡ ਹੈ, ਜਿਸ ਤੇ ਕਾਂਗਰਸ ਦੇ ਆਗੂ ਤੁਹਾਡੇ ਇੰਦਰਜੀਤ ਜੀਰਾ ਨੇ ਠੋਕ ਕੇ ਦਾਅਵਾ ਕੀਤਾ ਸੀ ਕਿ ਕਾਂਗਰਸ ਚੋਣ ਲੜੇਗੀ, ਰਮਨਜੀਤ ਸਿੱਕੀ ਉਮੀਦਵਾਰ ਹੋਣਗੇ, 27 ਤਰੀਕ ਨੂੰ ਪਰਚਾ ਭਰਨਗੇ। ਉਹ ਬਿਆਨ ਤੁਹਾਨੂੰ ਪਰਸੋਂ ਦਾ ਹੀ ਸੁਣਾਉਂਦੇ, ਜ਼ਿਆਦਾ ਪੁਰਾਣਾ ਨਹੀਂ ਹੈ। ਅਸੀਂ ਇਲੈਕਸ਼ਨ ਜਿਹੜਾ ਹੈ ਲੜਾਂਗੇ 27 ਤਰੀਕ ਨੂੰ। ਅਸੀਂ ਕਾਗਜ਼ ਸਾਡੇ ਜਿਹੜੇ ਡਾਕਟਰ ਐਮ ਸ਼ਕੀਲ ਜੀ ਨੇ ਉਹ ਕਹਿ ਚੁੱਕੇ ਨੇ ਕਿ ਅਸੀਂ ਇਲੈਕਸ਼ਨ ਲੜਾਂਗੇ, ਜੋ ਪੰਜਾਬ ਦੇ ਇੰਚਾਰਜ ਨੇ, ਔਰ 27 ਨੂੰ ਜਿਹੜੇ ਅਸੀਂ ਕਾਗਜ਼ ਪੇਪਰ ਦਾਖਲ ਕਰਾਂਗੇ। ਮੈਂ ਲੀਡਰਸ਼ਿਪ ਨਾਲ ਗੱਲ ਕਰਕੇ ਆਇਆ, ਜਦੋਂ ਮੈਂ ਇੱਥੇ ਆਇਆ ਉਹਨਾਂ ਨੇ ਮੈਨੂੰ ਕਿਹਾ ਕਿ 27 ਤਰੀਕ ਨੂੰ। ਤਾਂ ਤੁਸੀਂ ਬਿਆਨ ਸੁਣਿਆ, ਉਹਨਾਂ ਨੇ ਕਿਹਾ ਕਿ ਸ਼ਕੀਲ ਅਹਿਮਦ ਜੀ ਨੇ ਮੈਨੂੰ ਕਿਹਾ, ਹਾਈ ਕਮਾਂਡ ਨਾਲ ਮੇਰੀ ਗੱਲ ਹੋਈ ਹੈ ਕਿ 27 ਤਰੀਕ ਨੂੰ ਅਸੀਂ ਚੋਣ ਲੜਾਂਗੇ। ਤੇ ਸ਼ਕੀਲ ਅਹਿਮਦ ਤੋਂ ਵੱਡਾ ਸੋਰਸ ਕਿਹੜਾ ਹੋ ਸਕਦਾ ਹੈ ਜੇ ਤੁਹਾਡੇ ਆਗੂ ਦਾਅਵਾ ਕਰ ਰਹੇ ਹੈ? ਮੈਂ ਬੇਨਤੀ ਕਰਨੀ ਚਾਹੁੰਦਾ ਜੀ ਕਿ ਇਹ 'ਚ ਕੋਈ ਦੋ ਰਾਏ ਨਹੀਂ ਕਿ ਸ਼ਕੀਲ ਅਹਿਮਦ ਜੀ ਜਿਹੜੇ ਆ ਉਹ ਪੰਜਾਬ ਦੇ ਜਿਹੜੇ ਸਾਡੇ ਮਸਲੇ ਨੇ ਉਹਨਾਂ ਦੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਇੰਚਾਰਜ ਨੇ। ਮੈਂ ਤੁਹਾਨੂੰ ਇਹ ਵੀ ਦੱਸਿਆ ਹੈ ਕਿ ਉਹਨਾਂ ਵੱਲੋਂ ਜਿਹੜਾ ਅਪਰੂਵਲ, ਕਿਉਂਕਿ ਥੱਲਿਓਂ ਜੋ ਪ੍ਰਦੇਸ਼ ਕਾਂਗਰਸ ਵੱਲੋਂ ਭੇਜਿਆ ਗਿਆ ਸੀ, ਮੰਨ ਲਓ ਅਸੀਂ ਸਾਰੇ ਉਹਨਾਂ ਨੇ ਲੀਡਰਸ਼ਿਪ ਸਾਡੀ ਜਿਹੜੀ ਹੈ ਸਟੇਟ ਦੀ ਉਹਨਾਂ ਡਿਸਕਸ਼ਨ ਕੀਤੀ ਹੈ, ਔਰ ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦਾ ਨਾਂ ਅਪਰੂਵ ਕਰਕੇ ਸਿੱਕੀ ਹੋਣਾ ਦਾ, ਪਰ ਜਿਹੜਾ ਫਾਈਨਲ ਡਿਸੀਜਨ ਸੀਗਾ ਉਹ ਸਟੇਟ ਲੀਡਰਸ਼ਿਪ ਤੇ ਛੱਡਿਆ। ਸਟੇਟ ਲੀਡਰਸ਼ਿਪ ਨੇ ਕੌਨਸ਼ੀਅਸ ਡਿਸੀਜਨ ਲਿਆ, ਕਿਉਂਕਿ ਸਿੱਕੀ ਇਹ ਕਹਿ ਰਹੇ ਸੀਗੇ ਕਿ ਸਥਿਤੀ ਦੇ ਵਿੱਚ ਕੋਈ ਸੁਧਾਰ ਨਹੀਂ ਜਾਂ ਉਹਦੇ 'ਚ ਕੋਈ ਚੇਂਜ ਨਹੀਂ। ਔਰ ਮੈਂ ਕੱਲ ਨੂੰ ਪਬਲਿਕ ਦੇ ਵਿੱਚ ਜਾਵਾਂਗਾ ਤੇ ਲੋਕ ਮੈਨੂੰ ਸਵਾਲ ਪੁੱਛਣਗੇ ਕਿ ਤੁਸੀਂ ਇਸ ਮੁੱਦੇ ਤੇ ਰਿਜ਼ਾਈਨ ਕੀਤਾ। ਸਵਾਲ ਹੁਣ ਵੀ ਪੁੱਛੇ ਜਾ ਰਹੇ। ਚਲੋ ਠੀਕ ਹੈ, ਜਦੋਂ ਤੱਕ ਗੁਰੂ ਠੀਕ ਹੈ, ਤੁਸੀਂ ਆਪਣੀ ਗੱਲ ਰੱਖੀ ਹੈ, ਬੇਅਦਬੀ ਦਾ ਮਸਲਾ ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਾਡੇ ਨਾਲ ਬੇਨਤੀ ਕਰਨੀ ਚਾਹੁੰਦਾ ਬਲਵਿੰਦਰ ਜੀ, ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਜੇ ਬਲਵਿੰਦਰ ਜੀ ਇੱਕ ਮਿੰਟ ਗੱਲ ਪੂਰੀ ਕਰ ਲੈਣ ਦਿਓ। ਇਹ ਅੱਜ ਜੇ ਫੈਸਲਾ ਦੂਸਰੇ ਰੁਖ ਹੋਇਆ ਹੁੰਦਾ ਤੇ ਤੁਹਾਡਾ ਸਵਾਲ ਹੋਣਾ ਸੀ ਜੀ ਕਿ ਸਥਿਤੀ ਦੇ ਵਿੱਚ ਫਰਕ ਕੀ ਪਿਆ ਕਿ ਤੁਸੀਂ ਅਸੀਂ ਉਹੀ ਤਾਂ ਪੁੱਛ ਰਹੇ ਸੀ ਇੰਨੇ ਦਿਨਾਂ ਦੇ। ਚਲੋ ਠੀਕ ਹੈ। ਜੋ ਵਿਰਸਾ ਸਿੰਘ ਵਲਟੋਹਾ ਜੀ, ਅੱਜ ਕਾਂਗਰਸ ਜਿਸ ਤਰ੍ਹਾਂ ਇਹ ਤਰਕ ਦੇ ਰਹੀ ਹੈ ਕਿ ਜਿਹੜਾ ਇਹ ਬੇਅਦਬੀ ਵਾਲਾ ਮਾਮਲਾ ਉਹ ਹਜੇ ਤੱਕ ਸੋਲਵ ਨਹੀਂ ਹੋਇਆ, ਇਸ ਕਰਕੇ ਇਹ ਫੈਸਲਾ ਲਿਆ ਗਿਆ, ਤੁਸੀਂ ਕਿਸ ਤਰ੍ਹਾਂ ਨਾਲ ਲੈਂਦੇ ਹੋ ਇਸ ਫੈਸਲੇ ਨੂੰ? ਬਰਿੰਦਰ ਜੀ, ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਦਾ ਮਾਮਲਾ ਹੈ, ਉਹਨੇ ਹਰ ਸਿੱਖ ਨੂੰ ਦੁੱਖ ਪਹੁੰਚਾਇਆ, ਹਰ ਸ਼ਰਧਾਵਾਨ ਨੂੰ, ਹਰ ਧਰਮੀ ਨੂੰ ਦੁੱਖ ਪਹੁੰਚਾਇਆ। ਪਰ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਜਿਹਨੇ ਹਮੇਸ਼ਾ ਹੀ ਸਿੱਖਾਂ ਦਾ, ਸਿੱਖ ਧਰਮ ਦਾ ਨੁਕਸਾਨ ਕੀਤਾ ਹੈ, ਅੱਜ ਧਰਮ ਦੇ ਨਾਂ ਤੇ ਸਿਆਸਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਔਰ ਦੂਸਰੀ ਗੱਲ, ਮੈਂ ਇਹਨਾਂ ਨੂੰ, ਮੇਰੇ ਡਾਲੀ ਮਜੀਠੀਆ ਜੀ ਵੱਡੇ ਭਾ ਬੈਠੇ ਨੇ, ਆਏ ਸਮਝ ਲੈਣ ਕਿ ਅੱਜ ਦੇ ਜ਼ਮਾਨੇ 'ਚ ਬੱਚੇ ਨਾਲ ਚਲਾਕੀ ਨਹੀਂ ਚੱਲਦੀ, ਲੋਕਾਂ ਨਾਲ ਚਲਾਕੀ ਨਹੀਂ ਚੱਲਦੀ, ਤੁਸੀਂ ਗੁਰੂ ਦੇ ਨਾਂ ਤੇ ਚਲਾਕੀ ਕਰਦੇ ਜੀ। ਔਰ ਬਲਵਿੰਦਰ ਜੀ, ਜਿੱਥੋਂ ਤੱਕ ਰਮਨਜੀਤ ਸਿੱਕੀ ਜੀ ਦੀ ਗੱਲ ਆ, ਉਹਨਾਂ ਨੇ ਟਿਕਟ ਦੀ ਡਿਮਾਂਡ ਕੀਤੀ ਔਰ ਨਾਲ ਹੀ ਅੱਜ ਜਿਹੜੇ ਕਾਗਜ਼ ਭਰਨੇ ਸੀ, ਕਾਗਜ਼ ਵੀ ਤਿਆਰ ਹੋ ਗਏ, ਫਾਈਲਾਂ ਤਿਆਰ ਹੋ ਗਈਆਂ, ਸੋਨੀਆ ਗਾਂਧੀ ਜੀ ਨੇ ਐਲਾਨ ਕਰ ਦਿੱਤਾ। ਪਰ ਹੈਰਾਨੀ ਦੀ ਗੱਲ ਜਿਹੜੀ ਤੁਹਾਡੇ ਗਿਆਨ 'ਚ ਲਿਆਉਣਾ ਚਾਹਣਾ ਹੈ ਕਿ ਇਹ ਪਿਛਲੇ ਦਿਨਾਂ ਤੋਂ ਖਡੂਰ ਸਾਹਿਬ ਦੇ ਲੋਕਾਂ ਦੀ ਨਬਜ਼ ਟੋਹ ਰਹੇ ਸੀ। ਇਸੇ ਕਰਕੇ ਕਦੀ ਦਿਲ ਪਾਉਂਦੇ ਸੀ, ਕਦੀ ਕੱਢਦੇ ਸੀ, ਲੜਾਂਗੇ ਨਹੀਂ ਲੜਾਂਗੇ, ਸਿੱਕੀ ਜੀ ਲੜਨਗੇ, ਇਸੇ ਕਰਕੇ ਹੀ। ਪਰ ਜਦੋਂ ਇਹਨਾਂ ਦੇਖਿਆ ਵੀ ਇੱਥੇ ਜਿਹੜੇ ਹਾਲਾਤ ਨੇ ਕਾਂਗਰਸ ਦੇ ਬਿਲਕੁਲ ਵਿਰੁੱਧ ਨੇ,
ਔਰ ਕਾਂਗਰਸ ਦੇ ਇੱਥੇ ਪੈਰ ਨਹੀਂ ਲੱਗਣੇ ਠੀਕ ਤੇ ਉਹ ਚਲੋ ਇਹ ਤੁਹਾਡਾ ਇਲਜ਼ਾਮ ਹੈ ਨਮੋਸ਼ੀ ਦਾਵਾ ਜਦੋਂ ਜਿਹੜੀ ਪਾਰਟੀ ਇਲੈਕਸ਼ਨ ਲੜਦੀ ਹੈ ਉਹ ਜਿੱਤ ਦਾ ਦਾਵਾ ਹਮੇਸ਼ਾ ਕਰਦੀ ਹੈ। ਗੇਮ ਖੇਡੀ ਆ, ਗੁਰੂ ਦੇ ਨਾਮ ਤੇ ਗੇਮ ਨਾ ਖੇਡੋ ਵਲਟੋਆ ਜੀ, ਗੇਮ ਨਾ ਖੇਡੋ, ਸਿਆਸਤ ਖੇਡੋ। ਤੇ ਸਿਆਸਤ ਹੈਗੀ ਮੈਦਾਨ 'ਚ ਇਸ ਵੇਲੇ ਲਾਲੀ ਜੀ ਮੈਦਾਨ 'ਚ ਆਓ। ਇਸ ਵੇਲੇ ਕਾਂਗਰਸ ਨਹੀਂ ਹੈ, ਆਮ ਆਦਮੀ ਪਾਰਟੀ ਮੈਦਾਨ 'ਚ ਨਹੀਂ ਹੈ, ਆਜ਼ਾਦ ਉਮੀਦਵਾਰ ਨੇ ਸਿਰਫ ਤੁਹਾਡੇ ਅਗੇਂਸਟ, ਤੇ ਹੁਣ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਹੋ? ਮੈਂ ਮਜੀਠੀਆ ਤੁਹਾਡੇ ਕੋਲ ਆਉਂਗਾ ਜੀ, ਜਵਾਬ ਦੇਣ ਦਿਓ। ਨਹੀਂ, ਮੈਂ ਆਉਂਗਾ ਤੁਹਾਡੇ ਕੋਲ ਮਜੀਠੀਆ ਜੀ, ਸਾਰਾ ਬਾਕੀਆਂ ਨੂੰ ਵੀ ਵਕਤ ਦਊਂਗਾ ਮੈਂ। ਵਲਟੋਆ ਜੀ, ਹੁਣ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਹੋ? ਜੀ ਬਲਵਿੰਦਰ ਜੀ, ਜਿੱਥੋਂ ਤੱਕ ਕਾਂਗਰਸ ਦਾ ਮੈਦਾਨ 'ਚੋਂ ਹਟੀ ਹੈ ਆਪ ਦੀ ਡਾਇਰੈਕਟ ਹਾਰ ਨੂੰ ਬਚਾਉਣ ਵਾਸਤੇ, ਪਰ ਅੱਜ ਇਹਨਾਂ ਨੇ ਜਿਹੜਾ ਬਾਈਕਾਟ ਕੀਤਾ ਆ, ਪਰ ਸਭ ਤੋਂ ਵੱਡੀ ਗੱਲ ਹੈ ਇਹਨਾਂ ਨੇ ਜੋ ਕੁਛ ਕੀਤਾ ਹੈ ਹਾਰ ਦੇ ਡਰ ਕਾਰਨ ਕੀਤਾ ਹੈ। ਪਰ ਇਹ ਲੋਕ ਸਾਜ਼ਿਸ਼ੀ ਨੇ, ਇਹ ਪਾਰਟੀ ਬਹੁਤ ਵੱਡੀ ਚਾਲਬਾਜ਼ ਪਾਰਟੀ ਹੈ। ਸਾਨੂੰ ਪਤਾ ਹੈ ਕਿ ਜਿਹੜੇ ਉੱਥੇ ਆਜ਼ਾਦ ਖੜੋਤੇ ਨੇ, ਇਹਨਾਂ ਦਾ ਇੱਕ ਸੀਨੀਅਰ ਲੀਡਰ ਜਿਹੜਾ ਆ ਭੁਪਿੰਦਰ ਸਿੰਘ ਬਿੱਟੂ ਜਿਹੜਾ ਆ ਖਵਾਸਪੁਰਾ, ਉਹਦੇ ਆਜ਼ਾਦ ਦੇ ਤੌਰ ਤੇ ਨੋਮੀਨੇਸ਼ਨ ਭਰੇ ਗਏ ਨੇ। ਇਹ ਉਹਦੇ ਮਗਰ ਡਾਇਰੈਕਟਲੀ ਇਨਡਾਇਰੈਕਟਲੀ ਖੜਨਗੇ, ਪਰ ਅਕਾਲੀ ਦਲ ਕਿਸੇ ਪੱਖੋਂ ਬੇਸਰਾ ਨਹੀਂ। ਇਹ ਇਲੈਕਸ਼ਨ ਇਹਨਾਂ ਨੂੰ ਬਾਈਕਾਟ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਜਿਹੜੀ ਮੁੱਖ ਚੋਣ ਹੈ ਉਹ ਸਾਡੇ ਸਰਾਣੇ ਤੇ ਖੜੋਤੀ ਹੈ। ਇਹ ਕੇਵਲ ਬਹਾਨਾ ਬਣਾਉਂਦੇ ਆ। ਚਲੋ ਠੀਕ ਹੈ, ਤੁਹਾਡਾ ਇਲਜ਼ਾਮ ਹੁਣ ਤੇ ਬਚਾਓਗੇ ਮਾੜੀ ਮੁੱਟੀ, ਠੀਕ ਹੈ, ਸਾਡੇ ਕਹਿ ਦਿਓ ਕਿ ਅਸੀਂ ਲੜੀ ਨਹੀਂ। 2017 ਚ ਕਿਵੇਂ ਬਚਾਓਗੇ? ਕਿਵੇਂ ਬਚਾਓਗੇ? ਨਾ ਤਾਂ ਸਾਡੇ ਕੈਪਟਨ ਸਾਹਿਬ ਦੀ ਪਹਿਲੀ ਵੜਕ ਰਹੀ ਹੈ, ਨਾ ਪਹਿਲੀ ਰੜਕ ਰਹੀ ਹੈ। ਠੀਕ ਹੈ, ਸਾਰਿਆਂ ਨੂੰ ਟਾਈਮ ਦਿਓ। ਠੀਕ ਹੈ, ਆਮ ਆਦਮੀ ਪਾਰਟੀ ਵੱਲੋਂ ਸਾਡੇ ਨਾਲ CD ਸਿੰਘ ਕੰਬੋਜ ਜੀ ਜੁੜ ਚੁੱਕੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਕੰਬੋਜ ਜੀ, ਆਮ ਆਦਮੀ ਪਾਰਟੀ ਪਹਿਲਾਂ ਹੀ ਡਿਸਾਈਡ ਕਰ ਚੁੱਕੀ ਸੀ ਕਿ ਤੁਸੀਂ ਚੋਣ ਨਹੀਂ ਲੜੋਗੇ, ਹੁਣ ਕਾਂਗਰਸ ਨੇ ਵੀ ਸੇਮ ਤੁਹਾਡੇ ਵਾਲਾ ਫੈਸਲਾ ਲਿਆ ਹੈਗਾ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਨੂੰ ਸਮਝ ਨਹੀਂ ਆਉਂਦੀ ਕਿ ਕਾਂਗਰਸ ਵਰਗੀ ਵੱਡੀ ਪਾਰਟੀ ਜਿਹੜੀ 150 ਸਾਲ ਪੁਰਾਣੀ ਪਾਰਟੀ ਹੈ, ਸਿਰਫ ਪੰਜਾਬ ਦੇ ਇਤਿਹਾਸ 'ਚ ਇੱਕ ਵਾਰੀ ਹੋਇਆ ਹੈਗਾ 1977 ਦੇ ਵਿੱਚ, ਜਦੋਂ ਲੋਹੀਆਂ ਸੀਟ ਦੇ ਉੱਤੋਂ ਕਾਂਗਰਸ ਦਾ ਕੋਈ ਕੈਂਡੀਡੇਟ ਨਹੀਂ ਸੀ। ਅੱਜ ਜਦ ਪੰਜਾਬ ਵਿੱਚ ਅਕਾਲੀ ਦਲ ਦੇ ਖਿਲਾਫ, ਅਕਾਲੀ ਦਲ ਬੀਜੇਪੀ ਸਰਕਾਰ ਦੇ ਖਿਲਾਫ ਐਡਾ ਵੱਡਾ ਲੋਕਾਂ ਵਿੱਚ ਰੋਸ ਹੈ, ਉਸ ਵੇਲੇ ਤੁਸੀਂ ਲਾਸਟ ਮਿੰਟ ਦੇ ਉੱਤੇ ਕਹੋ ਕਿ ਬਈ ਅਸੀਂ ਇਲੈਕਸ਼ਨ ਨਹੀਂ ਲੜਨੀ, ਔਰ ਕੀ ਰਮਨ ਸਿੱਕੀ ਜੀ ਇਲੈਕਸ਼ਨ ਨਹੀਂ ਲੜ ਰਿਹਾ? ਕਿ ਕਾਂਗਰਸ ਪਾਰਟੀ ਰਮਨ ਸਿੱਕੀ ਤੇ ਮਹਿਦੂਦ ਹੈ? ਜੇ ਰਮਨ ਸਿੱਕੀ ਨਹੀਂ ਲੜਦਾ ਤੇ 150 ਸਾਲ ਪੁਰਾਣੀ ਪਾਰਟੀ, ਕੈਪਟਨ ਅਮਰਿੰਦਰ ਦਾ ਬਿਆਨ ਹੈ ਕਿ ਇਹ ਪਾਰਟੀ ਦਾ ਫੈਸਲਾ ਹੈ, ਰਮਨਦੀਪ ਸਿੱਕੀ ਦਾ ਨਹੀਂ ਹੈ। ਕਿ ਪਾਰਟੀ ਦਾ ਫੈਸਲਾ ਨਹੀਂ, ਰਮਨਜੀਤ ਸਿੱਕੀ ਲੜਨਾ ਨਹੀਂ ਸੀ ਚਾਹੁੰਦਾ, ਦੂਜਾ ਇਹਨਾਂ ਕੋਲ ਕੈਂਡੀਡੇਟ ਨਹੀਂ। ਮੈਨੂੰ ਇਹ ਦੱਸੋ ਕਿ ਕੈਪਟਨ ਅਮਰਿੰਦਰ ਦਾ ਇੱਥੇ ਫੈਸਲਾ ਚੱਲਣਾ ਹੈ ਕਿ ਸੋਨੀਆ ਗਾਂਧੀ ਦਾ ਫੈਸਲਾ ਚੱਲਣਾ ਹੈ? ਸੋਨੀਆ ਗਾਂਧੀ ਜੀ ਨੇ ਅਪਰੂਵ ਕਰ ਦਿੱਤਾ ਕਿਉਂਕਿ ਇੱਥੋਂ ਰਿਕਮੈਂਡੇਸ਼ਨ ਗਈ। ਸ਼ਕੀਲ ਅਹਿਮਦ ਜਨਰਲ ਸੈਕਟਰੀ ਇੰਚਾਰਜ ਕਾਂਗਰਸ ਦੇ ਪੰਜਾਬ ਦੇ ਜਿਹੜੇ ਇੰਚਾਰਜ ਨੇ, ਉਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਸਿੱਕੀ ਲੜੇਗਾ, ਔਰ ਅਗਲੇ ਦਿਨ ਰਾਤੋਂ ਰਾਤ ਪਤਾ ਨਹੀਂ ਕੀ ਹੋਇਆ, ਰਾਤੋਂ ਰਾਤ ਇਹ ਲੋਕ, ਮੈਨੂੰ ਨਹੀਂ ਲੱਗਦਾ, ਚਲੋ ਉਹ ਤਾਂ ਉਹਨਾਂ ਦੇ, ਚਲੋ ਇਹ ਕਾਂਗਰਸ ਕਹਿ ਰਹੀ ਕਿ ਸਾਡਾ ਇੰਟਰਨਲ ਮੈਟਰ ਹੈ, ਅਸੀਂ ਪੰਜਾਬ ਦੇ ਵਿੱਚ ਜਿਹੜਾ ਕੈਪਟਨ ਦੇ ਉੱਪਰ ਛੱਡਿਆ ਗਿਆ ਸੀ। ਕੰਬੋਜ ਜੀ, ਪਰ ਆਮ ਆਦਮੀ ਪਾਰਟੀ ਪਹਿਲਾਂ ਨਹੀਂ ਲੜ ਰਹੀ ਸੀ, ਕਾਂਗਰਸ ਹੁਣ ਨਹੀਂ ਲੜ ਰਹੀ ਹੈ, ਕੀ ਫਰਕ ਹੈ ਫਿਰ? ਬਹੁਤ ਫਰਕ ਹੈ। ਸਾਡਾ ਤੇ ਪਹਿਲਾਂ ਹੀ ਡਿਸਾਈਡਡ ਸੀ, ਅਸੀਂ ਬਾਰ-ਬਾਰ ਅਸੀਂ ਧੂਰੀ ਤੋਂ ਵੀ ਇਲੈਕਸ਼ਨ ਨਹੀਂ ਲੜੇ, ਜਿੱਥੇ ਕਿ ਸਾਡਾ ਕੈਂਡੀਡੇਟ ਸਰਦਾਰ ਭਗਵੰਤ ਸਿੰਘ ਮਾਨ ਕਾਂਗਰਸ ਤੋਂ 46,000 ਔਰ ਅਕਾਲੀ ਦਲ ਬੀਜੇਪੀ ਕੰਬਾਈਨ ਤੋਂ 34,000 ਵੋਟਾਂ ਤੇ ਅੱਗੇ ਸੀ। ਅਸੀਂ ਉਸ ਵੇਲੇ ਫੈਸਲਾ ਕਰ ਲਿਆ ਸੀ ਕਿ ਅਸੀਂ ਬਾਈ ਇਲੈਕਸ਼ਨ ਨਹੀਂ ਲੜਨੀ। ਫੌਜ 'ਚ ਕਹਿੰਦੇ ਨੇ ਵੀ ਡੂ ਨਾਟ ਵਾਂਟ ਟੂ ਫਰਿਟਰ ਆਵਰ એનર્ਜੀ, ਅਸੀਂ ਆਪਣੀ ਤਾਕਤ ਨੂੰ ਅਜਾਈ ਇੱਧਰ ਉੱਧਰ ਗਵਾਉਣਾ ਨਹੀਂ ਚਾਹੁੰਦਾ। ਸਾਡਾ ਇੱਕੋ ਮਕਸਦ ਹੈ 2017 ਦੀ ਇਲੈਕਸ਼ਨ जब से चला जे कांग्रेस भी सेम फैसला लेंदी है तो फिर क्या प्रॉब्लम है? जे कांग्रेस भी जो तुसी फैसला ले वही लेंदी है। कांग्रेस नो ਜੇ ਕਾਂਗਰਸ 6 ਮਹੀਨੇ ਪਹਿਲਾਂ ਫੈਸਲਾ ਲਈ ਹੁੰਦੀ ਤਾਂ ਠੀਕ ਗੱਲ ਸੀ। ਇਹ ਇੱਕ ਰਾਤ ਦੇ ਵਿੱਚ ਕੀ ਹੋਇਆ ਹੈ ਇਹ ਦੱਸਣ, ਅਕਾਲੀ ਵੀ ਦੱਸਣ ਤੇ ਫੈਸਲਾ ਐਨ ਮੌਕੇ ਦੇ ਉੱਪਰ ਲਿਆ ਗਿਆ, ਲਾਸਟ ਡੇ ਲਿਆ, ਇਸ ਕਰਕੇ ਸਵਾਲ ਠੀਕ ਹੈ ਤੁਸੀਂ ਖੜਾ ਕਰ ਰਹੇ ਹੋ। ਹਰਜੀਤ ਸਿੰਘ ਗਰੇਵਾਲ ਜੀ, ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਨਾਲ ਕਿਸ ਤਰ੍ਹਾਂ ਨਾਲ ਖੜੀ ਹੈ ਇਸ ਚੋਣ ਦੇ ਵਿੱਚ, ਤੇ ਜਿਹੜਾ ਇਹ ਲਗਾਤਾਰ ਬਾਕੀ ਸਾਰੀਆਂ ਪਾਰਟੀਆਂ ਕੁਇਟ ਕਰ ਰਹੀਆਂ, ਕਿਸ ਤਰ੍ਹਾਂ ਦੇਖਦੇ ਹੋ? ਇਸ ਤਰ੍ਹਾਂ ਮੈਨੂੰ ਬਲਵਿੰਦਰ ਜੀ ਗੱਲ ਪੂਰੀ ਕਰਨ ਦੇਣਾ। ਇੱਕ ਤਾਂ ਇਹ ਜਿਹੜੇ ਚੁਣਾਵ ਹੁੰਦੇ ਆ ਨਾ, ਇਹ ਡੈਮੋਕ੍ਰੇਸੀ 'ਚ ਰਾਜਨੀਤਿਕ ਦਲਾਂ ਲਈ ਇੱਕ ਉਤਸਵ ਦੀ ਤਰ੍ਹਾਂ ਹੁੰਦੇ ਆ, ਪਰਵ ਦੀ ਤਰ੍ਹਾਂ ਹੁੰਦੇ ਆ, ਔਰ ਇਹ ਚੁਣਾਵ ਨਾ ਲੜ ਕੇ ਕਾਂਗਰਸ ਪਾਰਟੀ ਵੀ, ਆਮ ਆਦਮੀ ਪਾਰਟੀ ਵੀ ਲੋਕਤੰਤਰ ਦਾ ਅਪਮਾਨ ਕਰ ਰਹੇ ਆ, ਲੋਕਾਂ ਨਾਲ ਧੋਖਾ ਕਰ ਰਹੇ ਆ।
ਬੇਸ਼ੱਕ ਇਹਨਾਂ ਦੀ ਸਥਿਤੀ ਪੰਜਾਬ 'ਚ ਕਮਜ਼ੋਰ ਆ, ਇਹਨਾਂ ਨੂੰ ਚੁਣਾਵ ਲੜਨਾ ਚਾਹੀਦਾ। ਦੂਸਰਾ, ਮੈਂ ਇੱਕ ਹੋਰ ਇਲਜ਼ਾਮ ਇਹਨਾਂ ਦੋਨਾਂ ਦਲਾਂ ਤੇ ਲਾਉਣਾ ਕਿ ਇਹ ਆਪਸ 'ਚ ਮਿਲੇ ਹੋਏ ਨੇ ਦੋਨੋਂ, ਇਹ ਵੀ ਚੁਣਾਵ ਨਹੀਂ ਲੜ ਰਹੇ। ਪਹਿਲਾਂ ਬਾਈ ਇਲੈਕਸ਼ਨ ਲੜੀ ਆਮ ਆਦਮੀ ਪਾਰਟੀ ਨੇ और तलवंडी साबो च भी लड़ी। ग्रेवाल जी, मैं भी टोकना चाहूंगा, ग्रेवाल जी एक चीज ऐड करना चाहूंगा। आम आदमी पार्टी कहती कांग्रेस ते अकाली रले हुए है, तुसी कह रहे हो कि कांग्रेस ते आम आदमी पार्टी रली हुई है, ते फिर ये तो सारे एक दूजे से फ्रेंडली है। इस तरह अकाली दल ने बहुत लंबा संघर्ष किया और भारतीय जनता पार्टी ने कांग्रेस के खिलाफ, कांग्रेस के मिसरूल तो देश को छुटकारा दिवाया। इस करके कदे भी अकाली दल ते भारतीय जनता पार्टी का गठबंधन इन्हां नाल कोई समझौता नहीं कर सकता। साडा तां पंजाब दे हितां लई संघर्ष है। ये पंजाब च इन्वेस्टमेंट ना आवे, ये चुनाव ना लड़के ये भी सिद्ध करते हैं कि पंजाब च हालात पता नहीं की हो गए ने। इन्नी इन्वेस्टमेंट सरकार दी आ रही है, बहुत ज़्यादा विकास हो रहा, इन्नियां सड़कां बन रही ने, वो इन्हां नूं दिखाई नहीं दिंदा। ओहदे लई कदे प्रशंसा नहीं करते सरकार दी, गठबंधन सरकार दी। और इस करके मेरा ये कहना कि आपस च मिले हुए ने और पंजाब के हितां दा नुकसान भी कर रहे हैं और ये मिलके 2017 ਦੀਆਂ ਇਲੈਕਸ਼ਨ ਲਈ ਸਾਜ਼ਿਸ਼ ਰਚ ਰਹੇ ਆ। ਉਹ ਲਾਲੀ ਮਜੀਠੀਆ ਜੀ, ਨਹੀਂ ਹੋਣਗੇ। ਜਿਹੜਾ ਇਲਜ਼ਾਮ ਤੁਹਾਡੇ ਉੱਪਰ ਕਈ ਸਾਰੇ ਲਗਾਏ ਗਏ, ਜਵਾਬ ਚਾਹਾਂਗੇ ਤੁਹਾਡਾ। ਹਾਂਜੀ ਹਾਂਜੀ, ਮੈਂ ਇਹਨਾਂ ਤੇ ਤਿੰਨ ਸਾਥੀ ਜਿਹਨਾਂ ਇਲਜ਼ਾਮ ਲਾਏ ਨੇ, ਤਿੰਨਾਂ ਸੋਚਾਂ, ਤਿੰਨ ਪਾਰਟੀਆਂ ਨੇ, ਮੈਂ ਹਰ ਇੱਕ ਦਾ ਵਾਰੀ-ਵਾਰੀ ਜਵਾਬ ਦਾਂਗਾ। ਮੈਨੂੰ ਥੋੜਾ ਮੌਕਾ ਜ਼ਰੂਰ ਦਿਓ ਪਲੀਜ਼। ਪਹਿਲੀ ਗੱਲ ਤਾਂ ਸਰ ਵਿਰਸਾ ਸਿੰਘ ਜੀ ਨੇ ਕਿਹਾ ਜੀ ਕਿ ਇਹ ਪਾਰਟੀ ਸਾਜ਼ਿਸ਼ੀ ਹੈ। ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਾਜ਼ਿਸ਼ਾਂ ਕੌਣ ਕਰਦਾ। ਪੰਜਾਬ ਨੂੰ ਤਰਾਸਦੀ 'ਚ ਧੱਕ ਕੇ ਕਿਸਾਨੀ ਦਾ ਸੱਤਿਆਨਾਸ਼ ਕਰਕੇ ਔਰ ਉਹਨੂੰ ਡਾਇਵਰਟ ਕਰਨ ਦੀ, ਕੰਟਰੋਲਡ ਡਾਇਵਰਸ਼ਨ ਦੀ ਕੋਸ਼ਿਸ਼ ਕੀਤੀ। ਜੇ ਆਪਾਂ ਸਪੈਸਿਫਿਕ ਗੱਲਾਂ ਕਰੀ ਜ਼ਿਆਦਾ ਵਧੀਆ ਰਹੇਗਾ। ਜਦੋਂ ਹਾਲਾਤ ਇਹਨਾਂ ਦੇ ਹੱਥੋਂ ਬਾਹਰ, ਮੇਰੀ ਬੇਨਤੀ ਸੁਣ ਲਓ, ਮੇਰੀ ਬੇਨਤੀ, ਹਾਂ ਮੈਂ ਪ੍ਰੈਜ਼ੈਂਟ 'ਚ ਗੱਲ ਕਰ ਰਿਹਾ ਕਿਉਂਕਿ ਇਹਨਾਂ ਇਲਜ਼ਾਮ ਲਾਏ, ਇਲਜ਼ਾਮ ਦਾ ਜਵਾਬ ਤਾਂ ਵਿੱਕੀ ਜੀ ਦਊਂਗਾ ਨਾ। ਸੋ ਲੋਕ ਜਾਣਦੇ ਨੇ ਕਿ ਧਰਮ ਦੇ ਨਾਂ ਤੇ ਸਿਆਸਤ ਕੌਣ ਕਰਦਾ ਰਿਹਾ। ਜਿੱਥੋਂ ਤੱਕ ਸਾਡਾ ਸਵਾਲ ਆ, ਇਹ ਪਹਿਲਾਂ ਵੀ ਗੱਲ ਹੋਈ ਸੀ ਕਿ ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਰਲ ਕੇ ਕੀਤਾ। ਮੈਂ ਇੱਥੇ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਧਰਮ ਦੇ ਨਾਂ ਤੇ ਸਿਆਸਤ ਨਹੀਂ, ਸਿਆਸਤ ਜਿਹੜੀ ਆ, ਸਿਆਸਤ ਇਹ ਕਰਦੇ ਨੇ। ਔਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪਰੇਸ਼ਨ ਬਲੂ ਸਟਾਰ ਦੇ ਸੰਦਰਭ ਦੇ ਵਿੱਚ ਰਿਜ਼ਾਈਨ ਕੀਤਾ, ਉਹਨਾਂ ਆਪਣਾ ਸਿਆਸੀ ਕੈਰੀਅਰ ਦਾ ਤੇ ਲਾਇਆ ਸੀ। ਇਸੇ ਤਰ੍ਹਾਂ ਸਿੱਕੀ ਹੋਣਾ ਨੇ ਦਾ ਤੇ ਲਾਇਆ। ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਜਿੱਥੋਂ ਤੱਕ ਮਾਣ ਸਨਮਾਨ ਆ, ਸਰਵਉੱਚਤਾ ਉਹਦੀ ਇਲੈਕਸ਼ਨ ਤੋਂ ਜ਼ਿਆਦੀ ਆ। ਔਰ ਇੱਕ ਗੱਲ ਆਪਾਂ ਹੋਰ ਕਹਿਣੀ ਚਾਹੁੰਦੇ ਆ ਕਿ ਇਹ ਐਕਚੁਅਲੀ ਹੋਇਆ ਇਹ ਹੈ ਕਿ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਆ, ਇਹਨਾਂ ਨੂੰ ਇੱਕ ਸੁਨਹਿਰੀ ਮੌਕਾ ਮਿਲਿਆ ਸੀ ਕਿ ਲੋਕਾਂ ਦਾ ਧਿਆਨ ਹੋਰ ਵਿਕੇਂਦਰਿਤ ਕਰਨ ਦਾ, ਔਰ ਉਹ ਇਹਨਾਂ ਨੂੰ ਹੁਣ ਮਿਲ ਨਹੀਂ ਰਿਹਾ ਕਿਉਂਕਿ ਉਹਦੇ 'ਚ ਸੈਂਕਟਿਟੀ ਨਹੀਂ ਹੋਣੀ। ਦੋਨੋਂ ਪਾਰਟੀਆਂ ਮੰਨ ਰਹੀਆਂ ਨੇ ਕਿ ਕਾਂਗਰਸ ਤੋਂ ਬਗੈਰ ਕੋਈ ਗੱਲ ਨਹੀਂ ਬਣਦੀ। ਦੋਨੋਂ ਪਾਰਟੀਆਂ ਇਹ ਇਲਜ਼ਾਮ ਲਾ ਰਹੀਆਂ ਉਹਦੇ ਨਾਲ ਰਲਿਆ। ਦੋਵਾਂ ਕੇਸਿਸ ਦੇ ਵਿੱਚ ਕਾਂਗਰਸ ਹੈਗੀ ਆ। ਇਨਡਾਇਰੈਕਟਲੀ ਇਹ ਮੰਨਦੇ ਨੇ ਕਿ ਕਾਂਗਰਸ ਕਿੰਨੀ ਇੰਪੋਰਟੈਂਟ ਆ। ਔਰ ਇੱਕ ਗੱਲ ਮੈਂ ਹੋਰ ਬਲਵਿੰਦਰ ਜੀ ਕਹਿਣੀ ਚਾਹੂੰਗਾ ਕਿ ਜਿਹੜਾ ਇਲੈਕਸ਼ਨ ਹੁੰਦਾ ਉਹ ਆਪਣੇ ਆਪ 'ਚ ਇੱਕ ਅਧਿਆਇ ਹੁੰਦਾ। ਹਰ ਇਲੈਕਸ਼ਨ ਆਪਣੇ ਅਧਿਆਇ ਆ। ਪੰਜਾਬ ਦੇ ਮੁੱਦੇ ਜਿਵੇਂ ਡਰੱਗਸ ਆ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ, ਉਹ ਸਾਰੀ ਸਥਿਤੀ ਐਸ ਸੱਚ ਸਟੈਂਡ ਕਰਦੀ ਆ। ਔਰ ਨਾਲ ਦੀ ਨਾਲ ਜਿਹੜੇ ਪਹਿਲਾਂ ਵੀ ਗੱਲ ਕਰ ਚੁੱਕੇ ਨੇ 2017 ਦੇ ਇਲੈਕਸ਼ਨ 'ਚ ਸਭ ਕੁਝ ਸਾਹਮਣੇ ਆ ਜਾਣਾ, ਇਹਦੇ 'ਚ ਗੱਲਾਂ ਕਰਨ ਦੀ ਗੱਲ ਨਹੀਂ। ਦੂਸਰੀ ਗੱਲ, ਆਮ ਆਦਮੀ ਪਾਰਟੀ ਜਦੋਂ ਇਹ ਕਰਦੇ ਨੇ ਉਦੋਂ ਸਭ ਕੁਝ ਠੀਕ ਹੈ ਜੀ, ਉਦੋਂ ਸਭ ਕੁਝ ਹੈ, ਇਹ ਅਸੂਲਾਂ ਤੇ ਕਰ ਰਹੇ ਨੇ। ਜੇ ਕੋਈ ਦੂਸਰਾ ਫੈਸਲਾ ਕਰਦਾ, ਮੈਂ ਕੰਬੋਜ ਸਾਹਿਬ ਨੂੰ, ਮੇਰੇ ਸੀਨੀਅਰ ਰਹਿ ਚੁੱਕੇ ਨੇ, ਮੇਰੀ ਪਾਰਟੀ ਦੇ ਵਿੱਚ ਵੀ ਵੱਡੇ ਭਰਾ ਨੇ, ਮੈਂ ਯਾਦ ਦਿਵਾਉਣਾ ਚਾਹੁੰਦਾ ਕਿ 1991 ਦੇ ਵਿੱਚ ਵੀ ਕਾਂਗਰਸ ਨੇ ਬਾਈਕਾਟ ਕੀਤਾ ਸੀ, ਜੇ ਯਾਦ ਹੋਵੇ ਤੁਹਾਨੂੰ। ਔਰ ਨਾ ਮੈਂ ਇਹ ਵੀ ਯਾਦ ਕਰਾਉਣਾ ਚਾਹੁੰਦਾ ਕਿ ਉਹਦੇ ਚ ਭਾਰਤੀ ਜਨਤਾ ਪਾਰਟੀ ਵੀ ਉਸ ਵੇਲੇ ਇਹਨਾਂ ਦਾ ਵੀ ਕੀ ਸਟੈਂਡ ਸੀ। ਆਪਾਂ ਨੂੰ ਪਤਾ ਕਿ ਹਾਲਾਤਾਂ ਤੇ ਜਦੋਂ ਫੈਸਲੇ ਹੁੰਦੇ ਆ, ਕਿਉਂਕਿ ਜੇ ਸਿੱਕੀ ਹੋਣੀ ਨਾ 21 ਤਰੀਕ ਨੂੰ ਚਿੱਠੀ ਲਿਖਦੇ, ਗੱਲ ਕੁਝ ਹੋਰ ਹੋਣੀ ਸੀ। ਜਿੱਥੋਂ ਤੱਕ ਬੀਜੇਪੀ ਦਾ ਸਵਾਲ ਹੈ, ਮੈਂ ਗੱਲ ਕਹਿਣੀ ਚਾਹੁੰਦਾ ਕਿ ਅਸਹਿਣਸ਼ੀਲਤਾ ਤੁਸੀਂ ਕਰੋ ਔਰ ਹਰ ਜਿਹੜਾ ਕੰਮ ਆ ਉੱਥੇ ਤੁਸੀਂ ਜਿਹੜੀਆਂ ਮੁਸ਼ਕਲਾਂ ਉਹ ਤੁਸੀਂ ਖੜੀਆਂ ਕਰੋ। ਇਹ ਤਾਂ ਬੜੇ ਅਸਹਿਣਸ਼ੀਲਤਾ ਦਾ ਮੁੱਦਾ ਤਾਂ ਐਡਾ ਵੱਡਾ ਹੈ, ਉਸ ਤੇ ਉੱਪਰ ਦੀ ਗੱਲ ਕਰੀਏ ਪੂਰੇ ਮੈਂ ਕਹਿੰਦਾ ਪੂਰਾ ਦਿਨ ਅਸੀਂ 24 ਘੰਟੇ ਵੀ ਕਰ ਲਈ ਤੇ ਪੂਰਾ ਨਹੀਂ ਚਰਚਾ ਪੂਰੀ ਕਰ ਪਾਵਾਂਗੇ ਡਿਬੇਟ। ਪਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਯਾਦ ਦਿਵਾਉਣਾ ਚਾਹੁੰਦਾ ਕਿ ਜਿੱਥੋਂ ਤੱਕ ਸਵਾਲ ਆ, ਇਹਨਾਂ ਨੇ ਗੱਲ ਕੀਤੀ ਆ ਭਗਵੰਤ ਮਾਨ ਹੋਣਾ ਦੀ, ਕੰਬੋਜ ਸਾਹਿਬ ਨੇ। ਜੇ ਭਗਵੰਤ ਮਾਨ ਹੋਣਾ ਨੇ 47,000 ਤੇ ਧੂਰੀ, ਚਲੋ ਉਹ ਉਹਨਾਂ ਨੇ ਤਾਂ ਕਿਹਾ ਧੂਰੀ ਦੀ ਗੱਲ ਕੀਤੀ ਸੀ, ਉਹਨਾਂ ਨੇ ਭਗਵੰਤ ਮਾਨ ਦੀ ਨਹੀਂ। ਮੈਂ ਲਾਸਟ ਕਮੈਂਟ, ਕੰਬੋਜ ਜੀ ਇੱਕ ਲਾਸਟ ਕਮੈਂਟ ਤੁਹਾਡਾ ਚਾਹੂੰ ਕੰਬੋਜ ਜੀ, ਕਿ ਇਲਜ਼ਾਮ ਇਹ ਹੈ ਕਿ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਹੋ, ਇਹ ਤੁਸੀਂ ਡੈਮੋਕ੍ਰੇਸੀ ਦਾ ਜਿਹੜਾ ਹੈ ਇੱਕ ਤਰ੍ਹਾਂ ਨਾਲ ਘਾਣ ਕਰ ਰਹੇ ਹੋ। ਲਾਸਟ ਤੁਹਾਡਾ ਕਮੈਂਟ ਚਾਹੂੰਗਾ। ਦੇਖੋ, ਇਹ ਅਸੀਂ ਪਾਰਟੀ ਨੇ ਇੱਕ ਫੈਸਲਾ ਕੀਤਾ ਹੈ ਕਿ ਅਸੀਂ ਸਾਡੀ ਨਵੀਂ ਪਾਰਟੀ ਹੈ, ਪਹਿਲਾਂ ਅਸੀਂ ਆਪਣੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨਾ ਹੈ।
ਫਿਰ ਲੋਕਾਂ ਤੱਕ ਮੈਸੇਜ ਪਹੁੰਚਾਉਣਾ। ਫਿਲਹਾਲ ਨਹੀਂ ਹੋਈ ਹੈ ਸਟਰੋਂਗ ਪੂਰੀ ਤਰ੍ਹਾਂ ਦੇ ਨਾਲ, ਤੁਸੀਂ ਸਟਰੋਂਗ ਨਹੀਂ ਹੋ ਪਾਏ ਹੋ ਜ਼ਮੀਨੀ ਪੱਧਰ ਤੇ ਹਜੇ। ਨੋ ਸਾਡੀ ਬਿਲਕੁਲ 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 ਇੱਕ ਮਿੰਟ ਹੱਸਣ ਦੀ ਗੱਲ ਨਹੀਂ, ਮੈਨੂੰ ਪੁੱਛਿਆ ਮੈਂ ਤੁਹਾਨੂੰ ਕਹਿ ਰਿਹਾ ਜੀ ਇੱਕ ਮਿੰਟ ਵਿੱਚ ਬੋਲਣ ਦੀ ਲੋੜ ਨਹੀਂ, ਮੈਂ ਤੁਹਾਨੂੰ ਕਹਿ ਰਿਹਾ ਹੈਗਾ ਕਿ ਅਸੀਂ ਆਪਣੀ ਆਰਗੇਨਾਈਜੇਸ਼ਨ ਨੂੰ ਜ਼ਮੀਨੀ ਪੱਧਰ ਦੇ ਉੱਤੇ ਬੂਥ ਲੈਵਲ ਦੇ ਉੱਤੇ ਅਸੀਂ ਉਹਨੂੰ ਸੰਗਠਿਤ ਕਰ ਰਹੇ ਹਾਂ। ਹਰੇਕ ਬੂਥ ਦੇ ਉੱਤੇ ਸਾਡੀਆਂ ਕਮੇਟੀਆਂ ਬਣ ਚੁੱਕੀਆਂ ਨੇ, ਉਸ ਤੋਂ ਅਸੀਂ ਥੱਲਿਓਂ ਉੱਠ ਕੇ ਉੱਪਰ ਨੂੰ ਜਾਣਾ ਹੈ ਔਰ ਇਹਦੇ ਵਾਸਤੇ ਸਾਨੂੰ ਟਾਈਮ ਚਾਹੀਦਾ ਹੈ ਔਰ ਅਸੀਂ ਆਪਣੀ ਤਾਕਤ ਨੂੰ ਇੱਧਰ ਉੱਧਰ ਬਿਖਰਨ ਨਹੀਂ ਦੇਣਾ। ਚਲੋ ਠੀਕ ਹੈ, ਲੋਕਾਂ ਕੋਲੇ ਜਿਹੜੇ ਹੈ ਅਸੀਂ ਲੋਕਾਂ ਕੋਲੇ ਜਿਹੜਾ ਇਸ ਵੇਲੇ ਖਡੂਰ ਸਾਹਿਬ ਦੇ ਲੋਕ ਹੈ ਉਹ ਹੁਣ ਦੇਖਣਗੇ ਕਿ ਕਿਹੜੇ ਟੋਟਲ 10 ਉਮੀਦਵਾਰ ਨੇ। ਮੈਂ ਲੋਕਾਂ ਨੂੰ ਦੱਸ ਦਵਾਂ। ਠੀਕ ਹੈ ਕੰਬੋਜ ਜੀ, ਗਰੇਵਾਲ ਜੀ, ਮਜੀਠੀਆ ਜੀ ਤੇ ਵਲਟੋਆ ਜੀ, ਬਹੁਤ ਬਹੁਤ ਧੰਨਵਾਦ ਆਪਣਾ ਪੱਖ ਰੱਖਣ ਦੇ ਲਈ। ਆਪਣੀ ਪਾਰਟੀ ਦਾ ਲੋਕ ਜਿਹੜੇ ਹੈ ਉਹ ਦੇਖਦੇ ਆ, ਸਭ ਦੀ ਗੱਲ ਸੁਣਦੇ ਆ ਤੇ ਆਪਣੇ ਆਪ ਸਮਝਦੇ ਆ ਤੇ ਲੋਕਾਂ ਦੇ ਕੋਲੇ ਇਸ ਵੇਲੇ 10 ਉਮੀਦਵਾਰ ਟੋਟਲ ਹੋਣਗੇ ਖਡੂਰ ਸਾਹਿਬ ਦੇ ਵਿੱਚ। ਅਕਾਲੀ ਉਮੀਦਵਾਰ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਨੇ ਤੇ ਲੋਕਾਂ ਨੇ ਫੈਸਲਾ ਕਰਨਾ ਕਿ ਕਿਸ ਦੇ ਹੱਕ ਦੇ ਵਿੱਚ ਵੋਟ ਪਾਉਣਗੇ। 13 ਫਰਵਰੀ ਨੂੰ VOTING ਹੋਣ ਜਾ ਰਹੀ ਹੈ। ਸੋਚ ਸਮਝ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਾ। ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਸਾਰੇ ਮਹਿਮਾਨਾਂ ਦਾ ਵੀ ਤੇ ਸਾਰੇ ਦਰਸ਼ਕਾਂ ਦਾ ਵੀ ਇਸ ਚਰਚਾ ਵਿੱਚ ਸਾਡੇ ਨਾਲ ਜੁੜਨ ਦੇ ਲਈ।